गुरु की प्यारी साध संगत जी, वाल्मीक ਦਾ ਜਨਮ ਅਸੂ ਪੂਰਨਮਾਸੀ ਨੂੰ ਤ੍ਰੇਤੇ ਯੁੱਗ ਵਿੱਚ ਇੱਕ ਚੰਗੇ ਪਰਿਵਾਰ ਵਿੱਚ ਹੋਇਆ। ਆਪ ਆਪਣੇ ਆਰੰਭਕ ਜੀਵਨ ਵਿੱਚ ਬੜੇ ਭਜਨੀਕ ਸਨ, ਪਰ ਇੱਕ ਰਾਜ ਘਰਾਣੇ ਵਿੱਚ ਪੈਦਾ ਹੋਣ ਕਰਕੇ ਆਪ ਸ਼ਸਤਰ ਵਿਦਿਆ ਵਿੱਚ ਵੀ ਨਿਪੁੰਨ ਸਨ। ਆਪ ਜੀ ਦੇ ਨਾਂ ਬਾਰੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਆਪ ਜੰਗਲ ਵਿੱਚ ਜਾ ਕੇ ਕਈ ਸਾਲ ਤਪ ਕਰਦੇ ਰਹੇ। ਇਸ ਤਰ੍ਹਾਂ ਤਪ ਕਰਦਿਆਂ ਕਈ ਸਾਲ ਬੀਤ ਗਏ ਅਤੇ ਆਪ ਦੇ ਸਰੀਰ ਉੱਤੇ ਮਿੱਟੀ ਦੀਮਕ ਦੇ ਘਰਾਂ ਵਾਂਗ ਉਸਰ ਗਈ। ਸੰਤ ਕ੍ਰਿਸ ਭਾਸ਼ਾ ਵਿੱਚ ਦੀਮਕ ਦੇ ਘਰਾਂ ਨੂੰ ਵਾਲਮੀਕੀ ਆਖਿਆ ਜਾਂਦਾ ਹੈ। ਜਦੋਂ ਤਪੱਸਿਆ ਕਰਕੇ ਮਿੱਟੀ ਦੇ ਢੇਰ ਵਿੱਚੋਂ ਉੱਠੇ ਤਾਂ ਸਾਰੇ ਆਪ ਨੂੰ ਵਾਲਮੀਕੀ ਆਖਣ ਲੱਗ ਪਏ। ਆਪ ਦਾ ਬਚਪਨ ਦਾ ਨਾ ਕੁਝ ਹੋਰ ਸੀ, ਜਿਸ ਬਾਰੇ ਕਿਸੇ ਨੂੰ ਪਤਾ ਨਹੀਂ। ਭਾਰਤ ਵਿੱਚ ਸੰਸਕ੍ਰਿਤ ਦੇ ਆਪ ਪਹਿਲੇ ਚੋਟੀ ਦੇ ਵਿਦਵਾਨ ਹੋਏ ਹਨ। ਆਪ ਜੀ ਨੂੰ ਬ੍ਰਾਹਮਣਾਂ ਦਾ ਪਹਿਲਾ ਅਵਤਾਰ ਮੰਨਿਆ ਜਾਂਦਾ ਹੈ। ਪ੍ਰਭੂ ਦੀ ਭਗਤੀ ਕਰਨ ਕਰਕੇ ਆਪ ਨੂੰ ਦਿਵ ਦ੍ਰਿਸ਼ਟੀ ਪ੍ਰਾਪਤ ਹੋਈ ਸੀ ਅਤੇ ਆਪ ਵਰਤਮਾਨ, ਭੂਤ ਅਤੇ ਭਵਿੱਖ ਕਾਲ ਬਾਰੇ ਸਭ ਕੁਝ ਜਾਣਦੇ ਸਨ। ਸ੍ਰੀ ਰਾਮਚੰਦਰ ਜੀ ਦੇ ਜੀਵਨ ਬਾਰੇ ਆਪ ਜੀ ਨੂੰ ਪਹਿਲਾਂ ਹੀ ਗਿਆਨ ਹੋ ਗਿਆ ਸੀ। ਆਪ ਜੀ ਨੇ ਇੱਕ ਦਿਨ ਆਪਣੇ ਚੇਲੇ ਨੂੰ ਬੁਲਾਇਆ ਤੇ ਤਸਮਾ ਨਦੀ ਦੇ ਕੰਢੇ ਤੇ ਪਹੁੰਚੇ। ਇਸ ਸੁੰਦਰ ਨਦੀ ਤੇ ਉਹ ਪਹਿਲੀ ਵਾਰ ਆਏ ਸਨ। ਉਹ ਨਦੀ ਦੇ ਕੰਢੇ ਚਲਦੇ ਚਲਦੇ ਬਹੁਤ ਦੂਰ ਨਿਕਲ ਗਏ। ਅੰਤ ਉਹ ਨਦੀ ਦੇ ਇੱਕ ਕੰਢੇ ਤੇ ਜਾ ਕੇ ਰੁਕ ਗਏ। ਆਪ ਜੀ ਨੇ ਇੱਕ ਦਿਨ ਆਪਣੇ ਚੇਲੇ ਨੂੰ ਬੁਲਾਇਆ ਤੇ ਤਮਾਸ਼ਾ ਨਦੀ ਦਾ ਉਹ ਕਿਨਾਰਾ ਬੜਾ ਸੁੰਦਰ ਅਤੇ ਹਰਿਆਵਲ ਵਾਲਾ ਸੀ। ਨਦੀ ਦਾ ਸੁੰਦਰ ਕਿਨਾਰਾ ਅਤੇ ਨਿਰਮਲ ਜਲ ਵੇਖ ਕੇ ਵਾਲਮੀਕ ਜੀ ਬਹੁਤ ਪ੍ਰਸੰਨ ਹੋਏ। ਨਿਰਮਲ ਜਲ ਨੂੰ ਵੇਖ ਕੇ ਉਹ ਨਦੀ ਵਿੱਚ ਇਸ਼ਨਾਨ ਕਰਨ ਗਏ। ਇਸ਼ਨਾਨ ਕਰਦੇ ਕਰਦੇ ਉਹ ਉਸ ਜੰਗਲ ਵੱਲ ਜਾ ਨਿਕਲੇ ਜਿੱਥੇ ਇੱਕ ਦਰਖਤ ਤੇ ਬੈਠੇ ਚੱਕਵੀ ਚੱਕਵਾ ਪ੍ਰੇਮ ਕਲੋਲ ਕਰ ਰਹੇ ਸਨ। ਚੱਕਵਾ ਚੱਕਵੀ ਪ੍ਰੇਮ ਕਲੋਲ ਕਰਦੇ ਬੜੇ ਪਰੇਸ਼ਾਨ ਦਿਖਾਈ ਦੇ ਰਹੇ ਸਨ। ਵਾਲਮੀਕ ਜੀ ਉਹਨਾਂ ਵੱਲ ਹਲੇ ਵੀ ਵੇਖ ਰਹੇ ਸਨ ਕਿ ਇੱਕ ਫੰਦਕ ਉਧਰ ਆ ਨਿਕਲਿਆ। ਉਸਨੇ ਚੱਕਵੇ ਨੂੰ ਮਾਰ ਦਿੱਤਾ। ਆਪਣੇ ਪਿਆਰੇ ਪਤੀ ਨੂੰ ਤੜਫਦਾ ਵੇਖ ਚੱਕਵੀ ਬਹੁਤ ਦੁਖੀ ਹੋਈ ਤੇ ਉਹ ਬਰਲਾਪ ਕਰਨ ਲੱਗੀ। ਫੰਦਕ ਦਾ ਇਹ ਮਾੜਾ ਕੰਮ ਵੇਖ ਕੇ ਰਿਸ਼ੀ ਵਾਲਮੀਕ ਕ੍ਰੋਧਵਾਨ ਹੋ ਗਏ। ਉਹਨਾਂ ਨੇ ਇੱਕ ਸ਼ਲੋਕ ਸੰਸਕ੍ਰਿਤ ਵਿੱਚ ਉਚਾਰਨ ਕੀਤਾ, ਜਿਸ ਦਾ ਭਾਵ ਸੀ, ਹੇ ਫੰਦਕ, ਤੂੰ ਜੋ ਪਿਆਰ ਲੀਲਾ ਕਰ ਰਹੇ ਚੱਕਵੇ ਦੇ ਪ੍ਰਾਣ ਲਏ ਹਨ, ਇਸ ਵਾਸਤੇ ਤੂੰ ਛੇਤੀ ਹੀ ਮਰ ਜਾਵੇਗਾ ਤੇ ਤੇਰੀ ਇਸਤਰੀ ਵੀ ਇਸੇ ਤਰ੍ਹਾਂ ਦੁਖੀ ਹੋਵੇਗੀ। ਵਾਲਮੀਕ ਜੀ ਦੇ ਮੁਖਾਰ ਬਿੰਦ ਤੋਂ ਇਹ ਬਚਨ ਸੁੱਤੇ ਸਿੱਧ ਹੀ ਨਿਕਲ ਗਏ। ਫਿਰ ਉਹ ਸੋਚਣ ਲੱਗੇ ਕਿ ਮੈਂ ਪੰਛੀਆਂ ਦਾ ਦੁੱਖ ਵੇਖ ਕੇ ਇਹ ਸਾਰਾ ਸਰਾਪ ਰੂਪ ਬਚਨ ਕਿਉਂ ਕਰ ਬੈਠਾ। ਪਰ ਜਦ ਆਪਣੇ ਕਹੇ ਹੋਏ ਉੱਤਮ ਅਤੇ ਅਲੰਕਾਰ ਸ਼ਲੋਕ ਵੱਲ ਵੇਖਿਆ ਤਾਂ ਬੜੇ ਪ੍ਰਸੰਨ ਹੋਏ। ਉਹ ਉਸ ਸ਼ਲੋਕ ਨੂੰ ਮੁੜ ਮੁੜ ਗਾਉਣ ਲੱਗੇ। ਫਿਰ ਉਹਨਾਂ ਆਪਣੇ ਚੇਲੇ ਭਾਰਦਵਾਜ ਨੂੰ ਬਚਨ ਕੀਤਾ ਕਿ ਉਹ ਇਸ ਸ਼ਲੋਕ ਨੂੰ ਕੰਠ ਕਰ ਲੈਣ ਤਾਂ ਕਿ ਭੁੱਲ ਨਾ ਜਾਵੇ। ਸਿਸ ਨੇ ਉਸੇ ਵੇਲੇ ਸ਼ਲੋਕ ਕੰਠ ਕਰ ਲਿਆ। ਇਸ ਤਰ੍ਹਾਂ ਮਾਸੂਮ ਪੰਛੀ ਦੀ ਮੌਤ ਨੇ ਰਿਸ਼ੀ ਜੀ ਦੇ ਮਨ ਉੱਤੇ ਬਹੁਤ ਵਿਰਾਗਮਈ ਅਸਰ ਕੀਤਾ। ਪੰਛੀ ਦੇ ਤੜਫਣ, ਮਰਨ ਅਤੇ ਮਰਨ ਤੋਂ ਪਹਿਲਾਂ ਪ੍ਰੇਮ ਰੀਲਾ ਦੀ ਝਾਕੀ ਰਿਸ਼ੀ ਜੀ ਦੀਆਂ ਅੱਖਾਂ ਅੱਗੋਂ ਓਲੇ ਨਹੀਂ ਸੀ ਹੁੰਦੀ। ਉਸੇ ਵਿਚਾਰ ਵਿੱਚ ਗੁਆਚੇ ਹੋਏ ਆਪਣੇ ਆਸ਼ਰਮ ਵਿੱਚ ਆ ਪੁੱਜੇ। ਉੱਥੇ ਆ ਕੇ ਵੀ ਆਪ ਉਸ ਸ਼ਲੋਕ ਨੂੰ ਮੂੰਹ ਵਿੱਚ ਗੁਣ ਗੁਣ ਗਣਾਉਣ ਲੱਗੇ। ਆਪ ਜੀ ਨੂੰ ਦਿਵ ਦ੍ਰਿਸ਼ਟੀ ਰਾਹੀਂ ਜੋ ਸ੍ਰੀ ਰਾਮਚੰਦਰ ਜੀ ਦਾ ਜੀਵਨ ਚਰਿੱਤਰ ਪ੍ਰਗਟ ਹੋਇਆ ਸੀ, ਆਪ ਜੀ ਨੇ ਮਨ ਬਣਾਇਆ ਕਿ ਕਿਉਂ ਨਾ ਉਸ ਸ਼ਲੋਕ ਦੀ ਧਾਰਨਾ ਵਿੱਚ ਸ੍ਰੀ ਰਾਮਚੰਦਰ ਜੀ ਦਾ ਜੀਵਨ ਚਰਿੱਤਰ ਲਿਖ ਦਿੱਤਾ ਜਾਵੇ। ਇਹ ਵਿਚਾਰ ਬਣਾ ਕੇ ਰਿਸ਼ੀ ਜੀ ਸੁੰਦਰ ਸ਼ਲੋਕਾਂ ਵਾਲੀ ਰਮਾਇਣ ਲਿਖਣ ਲੱਗੇ। ਉੱਚੇ ਖਿਆਲਾਂ ਵਾਲੇ ਸ਼ਬਦ, ਪਿੰਗਲ ਤੇ ਵਿਆਕਰਨ ਤੇ ਨਿਜ਼ਮ ਉਪਨਿਜ਼ਮ ਆਪਣੇ ਆਪ ਉਹਨਾਂ ਕੋਲ ਇਕੱਠੇ ਹੋਣ ਲੱਗੇ।
ਫਿਰ ਰਿਸ਼ੀ ਵਾਲਮੀਕ ਜੀ ਜਦੋਂ ਅੰਤਰ ਧਿਆਨ ਹੋਏ ਤਾਂ ਸ੍ਰੀ ਰਾਮਚੰਦਰ, ਲక్ష్మణ, ਸੀਤਾ, ਦਸ਼ਰਥ, ਕੇਕਈ ਅਤੇ ਮਾਤਾ ਕੁਲਛਿਆ ਆਦਿ ਮੁੱਖ ਪਾਤਰਾਂ ਬਾਰੇ ਸਾਰੇ ਛੋਟੇ ਤੋਂ ਛੋਟੇ ਹਾਲ ਦਾ ਵੀ ਗਿਆਨ ਹੋ ਗਿਆ। ਇੱਥੋਂ ਤੱਕ ਕਿ ਸ੍ਰੀ ਰਾਮਚੰਦਰ ਜੀ ਦਾ ਹੱਸਣਾ, ਬੋਲਣਾ, ਮੁਸਕਰਾਉਣਾ ਤੇ ਖੇਡਣਾ ਵੀ ਕੰਨਾਂ ਵਿੱਚ ਸੁਣਾਈ ਦੇਣ ਲੱਗਾ। ਅੱਖਾਂ ਸਹੀ ਸੂਰਤ ਨੂੰ ਵੇਖਣ ਲੱਗੀਆਂ। ਸੀਤਾ ਅਤੇ ਸ੍ਰੀ ਰਾਮਚੰਦਰ ਜੀ ਦੇ ਜੋ ਸੰਬੰਧ ਬਣਨ ਵਿੱਚ ਹੁੰਦੇ ਰਹੇ, ਰਿਸ਼ੀ ਜੀ ਨੂੰ ਉਹਨਾਂ ਦਾ ਵੀ ਗਿਆਨ ਹੋ ਗਿਆ। ਜੋ ਵੀ ਘਟਨਾਵਾਂ ਵਾਪਰਦੀਆਂ ਸਨ ਉਹ ਚੇਤੇ ਆ ਗਈਆਂ। ਫਿਰ ਰਿਸ਼ੀ ਜੀ ਨੇ ਆਪਣੇ ਚੇਲਿਆਂ ਪਾਸੋਂ ਬੇਅੰਤ ਭੋਜ ਪੱਤਰ ਮੰਗਵਾਏ ਅਤੇ ਉਹਨਾਂ ਉੱਪਰ ਲਿਖਣਾ ਸ਼ੁਰੂ ਕਰ ਦਿੱਤਾ, ਜੋ ਬਹੁਤ ਮਨੋਹਰ ਹੈ। ਜਿਸ ਸਾਰੀ ਰਚਨਾ ਨੂੰ 7 ਕਾਂਡਾਂ, 745 ਸਰਗਾਂ ਤੇ 24,000 ਸ਼ਲੋਕਾਂ ਵਿੱਚ ਵੰਡਿਆ ਗਿਆ। ਜਦ ਰਿਸ਼ੀ ਵਾਲਮੀਕ ਰਮਾਇਣ ਦਾ ਮੁੱਖ ਭਾਗ ਲਿਖ ਚੁੱਕੇ ਸਨ ਤਾਂ ਸੀਤਾ ਮਾਤਾ ਰਾਮਚੰਦਰ ਵੱਲੋਂ ਬਨਵਾਸ ਦਿੱਤੇ ਜਾਣ ਕਾਰਨ ਉਹਨਾਂ ਦੇ ਆਸ਼ਰਮ ਵਿੱਚ ਆਈ। ਆਪ ਜੀ ਨੇ ਆਪਣੇ ਸੇਵਕਾਂ ਨੂੰ ਸੀਤਾ ਮਾਤਾ ਨੂੰ ਪੂਰੇ ਸਤਿਕਾਰ ਅਤੇ ਆਦਰ ਨਾਲ ਰੱਖਣ ਲਈ ਕਿਹਾ। ਕੁਝ ਸਮੇਂ ਬਾਅਦ ਸੀਤਾ ਮਾਤਾ ਦੇ ਘਰ 2 ਪੁੱਤਰਾਂ ਨੇ ਜਨਮ ਲਿਆ। ਉਹਨਾਂ ਪੁੱਤਰਾਂ ਦੇ ਨਾਂ ਸਨ ਕੁਸ਼ ਅਤੇ ਲਵ। ਰਿਸ਼ੀ ਜੀ ਨੇ ਉਹਨਾਂ ਬੱਚਿਆਂ ਦੇ ਪਾਲਣ ਪੋਸ਼ਣ ਵੱਲ ਵਿਸ਼ੇਸ਼ ਧਿਆਨ ਦਿੱਤਾ। ਛੋਟੀ ਉਮਰ ਵਿੱਚ ਉਹਨਾਂ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਰਿਸ਼ੀ ਜੀ ਆਪ ਖੁਦ ਉਹਨਾਂ ਨੂੰ ਪੜ੍ਹਾਉਂਦੇ ਸਨ। ਬੱਚਿਆਂ ਨੂੰ ਸੰਸਕ੍ਰਿਤ ਦੀ ਪੜ੍ਹਾਈ ਦੇ ਨਾਲ-ਨਾਲ ਸੰਗੀਤ ਅਤੇ ਸ਼ਸਤਰ ਵਿੱਦਿਆ ਵੀ ਪੜ੍ਹਾਈ ਜਾਂਦੀ ਸੀ। ਰਿਸ਼ੀ ਜੀ ਉਹਨਾਂ ਬਾਲਕਾਂ ਨੂੰ ਰਮਾਇਣ ਵੀ ਪੜ੍ਹਾਉਣ ਲੱਗੇ। ਉਹ ਦੋਵੇਂ ਬਾਲਕ ਛੇਤੀ ਹੀ ਸੰਸਕ੍ਰਿਤ ਦੇ ਵਿਦਵਾਨ, ਸੰਗੀਤ ਦੇ ਸਮਾਰਟ ਬਣ ਗਏ। ਉਹ ਸ਼ਸਤਰ ਵਿੱਦਿਆ ਵਿੱਚ ਵੀ ਨਿਪੁੰਨ ਹੋ ਗਏ। ਰਿਸ਼ੀ ਜੀ ਨੇ ਸੋਚਿਆ ਕਿ ਇਹਨਾਂ ਬਾਲਕਾਂ ਰਾਹੀਂ ਰਾਮ ਕਥਾ ਨੂੰ ਜਗਤ ਵਿੱਚ ਵਿਚਾਰਿਆ ਜਾਵੇ। ਉਹਨਾਂ ਬਾਲਕਾਂ ਨੂੰ ਰਾਮ ਕਥਾ ਜ਼ਬਾਨੀ ਯਾਦ ਕਰਨ ਵਾਸਤੇ ਕਿਹਾ। ਬਾਲਕਾਂ ਨੇ ਕੁਝ ਸਮੇਂ ਵਿੱਚ 24,000 ਸ਼ਲੋਕ ਜ਼ਬਾਨੀ ਕੰਠ ਕਰ ਲਏ। ਉਹ ਆਪਣੇ ਮਿੱਠੇ ਗਲੇ ਅਤੇ ਸੁਰੀਲੀ ਸੁਰ ਵਿੱਚ ਗਾਉਣ ਲੱਗੇ। ਉਹਨਾਂ ਨੇ 2 ਸਤਾ ਸੁਰਾਂ ਵਾਲੀਆਂ ਬੀਨਾਂ ਲਈਆਂ ਅਤੇ ਰਾਮ ਕਥਾ ਦਾ ਗਾਇਨ ਕਰਨ ਲੱਗੇ। ਜਦ ਉਹ ਗਾਉਣ ਵਿੱਚ ਪੁਖਤਾ ਹੋ ਗਏ ਤਾਂ ਵਾਲਮੀਕ ਜੀ ਨੇ ਉਹਨਾਂ ਨੂੰ ਆਗਿਆ ਦਿੱਤੀ ਕਿ ਉਹ ਦੂਰ ਦਰਾਡੇ ਜਾ ਕੇ ਉਸ ਉੱਚ ਅਤੇ ਕਲਿਆਣਕਾਰੀ ਕਵਿਤਾ ਪ੍ਰਚਾਰ ਕਰਨ। ਦੋਵੇਂ ਰਾਜਕੁਮਾਰ ਜੋ ਸ੍ਰੀ ਰਾਮਚੰਦਰ ਜੀ ਸਮਾਨ ਸੁੰਦਰ, ਵਿਦਵਾਨ ਅਤੇ ਬਲੀ ਸਨ, ਰਿਸ਼ੀਆਂ, ਸਾਧੂਆਂ ਤੇ ਲੋਕ ਇਕੱਠਾ ਵਿੱਚ ਜਾ ਕੇ ਰਾਮ ਕਥਾ ਦਾ ਗਾਣ ਕਰਿਆ ਕਰਦੇ ਸਨ। ਉਹਨਾਂ ਦੇ ਸੁਰੀਲੇ ਗਾਣ ਨੇ ਕਵੀ ਨੂੰ ਹੋਰ ਉੱਚਾ ਕਰ ਦਿੱਤਾ। ਜਦੋਂ ਉਹ ਗਾਉਂਦੇ ਤਾਂ ਸਰੋਤੇ ਬਹੁਤ ਪ੍ਰਸੰਨ ਤੇ ਵਿਰਾਗਮਈ ਹੋ ਜਾਂਦੇ। ਸਭ ਨੇ ਨੇਤਰਾਂ ਵਿੱਚੋਂ ਸ਼ਰਧਾ, ਹਮਦਰਦੀ ਤੇ ਭਗਤੀ ਦੇ ਹੰਝੂ ਕਿਰਨ ਲੱਗ ਪਏ। ਹਰ ਨਰ ਨਾਰੀ ਉਹਨਾਂ ਦੀ ਉਪਮਾ ਕਰਕੇ ਬਾਲਕਾਂ ਦੇ ਪਿੱਛੇ ਪਿੱਛੇ ਤੁਰ ਪੈਂਦੇ। ਬਾਲਕ ਕੇਵਲ ਕਵੀ ਨੂੰ ਹੀ ਨਹੀਂ ਗਾ ਰਹੇ ਸਨ, ਬਲਕਿ ਇੱਕ ਨਵਾਂ ਸੰਦੇਸ਼ ਦੇ ਰਹੇ ਸਨ। ਭੂਤ ਕਾਲ ਦੀਆਂ ਘਟਨਾਵਾਂ ਵਰਤਮਾਨ ਕਾਲ ਦੀਆਂ ਘਟਨਾਵਾਂ ਪ੍ਰਤੀਤ ਹੁੰਦੀਆਂ ਸਨ। ਲਵ ਅਤੇ ਕੁਸ਼ ਰਾਮ ਕਥਾ ਦਾ ਗਾਣ ਕਰਕੇ ਵਾਪਸ ਰਿਸ਼ੀ ਵਾਲਮੀਕ ਜੀ ਦੇ ਆਸ਼ਰਮ ਵਿੱਚ ਆ ਜਾਇਆ ਕਰਦੇ ਸਨ। ਉਹ ਆਪਣੀ ਮਾਤਾ ਜੀ ਦਾ ਬਹੁਤ ਸਤਿਕਾਰ ਕਰਦੇ ਸਨ। ਉਹਨਾਂ ਦਿਨਾਂ ਵਿੱਚ ਹੀ ਸ੍ਰੀ ਰਾਮਚੰਦਰ ਜੀ ਚੱਕਰਵਰਤੀ ਰਾਜਾ ਬਣਨ ਲਈ ਅਸ਼ਵ ਮੇਧ ਜਗਤ ਕਰਨ ਦਾ ਫੈਸਲਾ ਕੀਤਾ। ਉਹਨਾਂ ਨੇ ਜੱਗ ਲਈ ਇੱਕ ਘੋੜਾ ਛੱਡਿਆ ਅਤੇ ਐਲਾਨ ਕੀਤਾ ਕਿ ਜਿਹੜਾ ਇਸ ਘੋੜੇ ਨੂੰ ਫੜੇਗਾ ਉਸ ਨੂੰ ਲక్ష్మణ ਨਾਲ ਜੰਗ ਕਰਨੀ ਪਵੇਗੀ। ਲక్ష్మణ ਇੱਕ ਵੱਡੀ ਸੈਨਾ ਲੈ ਕੇ ਘੋੜੇ ਦੇ ਪਿੱਛੇ ਪਿੱਛੇ ਜਾ ਰਿਹਾ ਸੀ। ਜਦ ਇਹ ਘੋੜਾ ਰਿਸ਼ੀ ਵਾਲਮੀਕ ਜੀ ਦੇ ਆਸ਼ਰਮ ਦੇ ਨੇੜੇ ਪੁੱਜਾ ਤਾਂ ਲਵ ਕੁਸ਼ ਨੇ ਉਸ ਘੋੜੇ ਨੂੰ ਫੜ ਲਿਆ ਅਤੇ ਆਪਣੇ ਆਸ਼ਰਮ ਲੈ ਕੇ ਇੱਕ ਦਰਖਤ ਨਾਲ ਬੰਨ ਲਿਆ। ਜਦ ਲక్ష్మణ ਫੌਜ ਲੈ ਕੇ ਨੇੜੇ ਆਇਆ ਤਾਂ ਉਸ ਨੇ ਬਾਲਕਾਂ ਨੂੰ ਘੋੜੇ ਨੂੰ ਛੱਡਣ ਲਈ ਕਿਹਾ। ਬਾਲਕਾਂ ਨੇ ਨਾ ਕਰ ਦਿੱਤੀ ਅਤੇ ਕਿਹਾ, ਸਾਨੂੰ ਇਹ ਘੋੜਾ ਚੰਗਾ ਲੱਗਾ ਹੈ, ਅਸੀਂ ਇਸ ਦੀ ਸਵਾਰੀ ਕਰਿਆ ਕਰਾਂਗੇ। ਤੁਸੀਂ ਕੋਈ ਹੋਰ ਘੋੜਾ ਛੱਡ ਦੇਵੋ।
ਪਰ ਲక్ష్మణ ਨੇ ਉਹਨਾਂ ਨੂੰ ਸਮਝਾਇਆ ਕਿ ਇਹ ਅਸ਼ਵਮੇਧ ਜੰਗ ਦਾ ਘੋੜਾ ਹੈ। ਜਿਹੜਾ ਵੀ ਇਸ ਘੋੜੇ ਨੂੰ ਫੜੇਗਾ ਉਸ ਨੂੰ ਸਾਡੇ ਨਾਲ ਲੜਨਾ ਪਵੇਗਾ। ਪਰ ਬਾਲਕ ਅੱਗੋਂ ਕਹਿਣ ਲੱਗੇ, ਅਸੀਂ ਜੰਗ ਕਰਨ ਲਈ ਤਿਆਰ ਹਾਂ, ਪਰ ਅਸੀਂ ਘੋੜਾ ਨਹੀਂ ਛੱਡਾਂਗੇ। ਲక్ష్మణ ਨੇ ਉਹਨਾਂ ਨੂੰ ਲੜਾਈ ਲਈ ਤਿਆਰ ਹੋਣ ਵਾਸਤੇ ਕਿਹਾ। ਉਹ ਬਾਲਕ ਵੀ ਰਿਸ਼ੀ ਵਾਲਮੀਕ ਜੀ ਪਾਸੋਂ ਯੁੱਧ ਵਿਦਿਆ ਸਿੱਖ ਚੁੱਕੇ ਸਨ ਅਤੇ ਜਿਹੜਾ ਯੋਧਾ ਬ੍ਰਹਮ ਗਿਆਨੀ ਵਾਲਮੀਕ ਪਾਸੋਂ ਯੁੱਧ ਵਿਦਿਆ ਸਿੱਖ ਚੁੱਕਾ ਹੋਵੇ ਉਹ ਭਲਾ ਕਿਵੇਂ ਹਾਰ ਸਕਦਾ ਹੈ। ਇਸ ਲਈ ਦੋਵੇਂ ਬਾਲਕ ਤੀਰ ਕਮਾਨ ਲੈ ਕੇ ਅਤੇ ਕਵਚ ਪਾ ਕੇ ਘੋੜਿਆਂ ਤੇ ਚੜ ਕੇ ਮੈਦਾਨ ਵਿੱਚ ਆਏ। ਲక్ష్మణ ਦੀ ਫੌਜ ਸਾਹਮਣੇ ਡਟ ਕੇ ਉਹਨਾਂ ਕਿਹਾ, ਜੇ ਤੁਹਾਡੇ ਵਿੱਚ ਹਿੰਮਤ ਹੈ ਤਾਂ ਕਰੋ ਵਾਰ। ਲక్ష్మణ ਨੇ ਇੱਕ ਤੀਰ ਛੱਡਿਆ ਜਿਸ ਨੂੰ ਲਵ ਨੇ ਆਪਣੇ ਤੀਰ ਨਾਲ ਹੀ ਰੋਕ ਲਿਆ। ਫਿਰ ਲਵ ਕੁਸ਼ ਨੇ ਤੀਰਾਂ ਦੀ ਉਹ ਵਰਸ਼ਾ ਕੀਤੀ ਕਿ ਲక్ష్మణ ਦੀ ਫੌਜ ਢਹਿ ਢੇਰੀ ਹੋ ਗਈ। ਲక్ష్మణ ਇਹ ਚਮਤਕਾਰ ਵੇਖ ਕੇ ਬਹੁਤ ਹੈਰਾਨ ਹੋਇਆ। ਉਹ ਫਿਰ ਬਾਲਕਾਂ ਨੂੰ ਸਮਝਾਉਣ ਲੱਗਾ, ਪਰ ਬਾਲਕਾਂ ਨੇ ਲక్ష్మణ ਨੂੰ ਵੀ ਢਹਿ ਢੇਰੀ ਕਰ ਦਿੱਤਾ। ਸਤਰੁੰਗਨ ਦੀ ਹਾਰ ਸੁਣ ਕੇ ਸ੍ਰੀ ਰਾਮਚੰਦਰ ਜੀ ਨੇ ਭਰਤ ਨੂੰ ਭੇਜਿਆ। ਭਰਤ ਨੇ ਪਹਿਲਾਂ ਆ ਕੇ ਬਹੁਤ ਸਮਝਾਇਆ, ਪਰ ਬਾਲਕਾਂ ਉੱਤੇ ਉਸਦਾ ਕੋਈ ਅਸਰ ਨਾ ਹੋਇਆ। ਉਹਨਾਂ ਭਰਤ ਦੀ ਵੀ ਸਾਰੀ ਫੌਜ ਮਾਰ ਮੁਕਾਈ ਅਤੇ ਭਰਤ ਵੀ ਗਸ ਖਾ ਕੇ ਡਿੱਗ ਪਿਆ। ਫਿਰ ਸ੍ਰੀ ਰਾਮਚੰਦਰ ਜੀ ਆਪ ਫੌਜ ਲੈ ਕੇ ਆਏ। ਉਹ ਅਸਹਿ ਸੂਰਵੀਰ ਬਾਲਕਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਉਹਨਾਂ ਬਾਲਕਾਂ ਦੀ ਬੜੀ ਸ਼ਲਾਘਾ ਕੀਤੀ ਤੇ ਉਹਨਾਂ ਨੂੰ ਘੋੜਾ ਛੱਡਣ ਵਾਸਤੇ ਕਿਹਾ, ਪਰ ਬਾਲਕਾਂ ਨੇ ਉਹਨਾਂ ਦੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ। ਸਤਰੁੰਗਨ ਦੀ ਹਾਰ ਸੁਣ ਕੇ ਸ੍ਰੀ ਰਾਮਚੰਦਰ ਜੀ ਨੇ ਭਾਰਤ ਨੂੰ ਤੇ ਲੜਾਈ ਆਰੰਭ ਕਰ ਦਿੱਤੀ। ਕੁਝ ਹੀ ਸਮੇਂ ਵਿੱਚ ਸ੍ਰੀ ਰਾਮਚੰਦਰ ਜੀ ਦੀ ਸਾਰੀ ਫੌਜ ਮਾਰ ਮੁਕਾਈ। ਅੰਤ ਵਿੱਚ ਉਹਨਾਂ ਸ੍ਰੀ ਰਾਮਚੰਦਰ ਜੀ ਨੂੰ ਵੀ ਕਾਇਲ ਕਰ ਦਿੱਤਾ। ਮੁਕੰਮਲ ਜਿੱਤ ਪ੍ਰਾਪਤ ਕਰਕੇ ਉਹ ਮਾਤਾ ਸੀਤਾ ਨੂੰ ਮਿਲਣ ਗਏ ਅਤੇ ਕਿਹਾ ਕਿ ਉਹਨਾਂ ਨੇ ਭਾਰਤ ਦੇ ਸਭ ਤੋਂ ਵੱਡੇ ਰਾਜੇ ਨੂੰ ਹਰਾ ਦਿੱਤਾ ਅਤੇ ਹੁਣ ਸਾਰੇ ਦੇਸ਼ ਦੇ ਮਾਲਕ ਬਣ ਗਏ ਹਨ। ਜਦ ਸੀਤਾ ਮਾਤਾ ਨੇ ਇਹ ਗੱਲ ਸੁਣੀ ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿ ਇਸ ਦੇਸ਼ ਦੇ ਰਾਜਾ ਤਾਂ ਸ੍ਰੀ ਰਾਮਚੰਦਰ ਜੀ ਹਨ। ਇਹਨਾਂ ਨੇ ਕਿਤੇ ਆਪਣੇ ਪਿਤਾ ਜੀ ਨੂੰ ਹੀ ਨਾ ਹਰਾ ਦਿੱਤਾ ਹੋਵੇ। ਉਹ ਉਸੇ ਵੇਲੇ ਉਸ ਰਾਜੇ ਨੂੰ ਵੇਖਣ ਗਏ। ਜਦ ਉਹਨਾਂ ਸ੍ਰੀ ਰਾਮਚੰਦਰ ਜੀ ਨੂੰ ਬੇਹੋਸ਼ ਵੇਖਿਆ ਤਾਂ ਉਹ ਉੱਚੀ ਉੱਚੀ ਰੋਣ ਲੱਗ ਪਏ ਅਤੇ ਕਹਿਣ ਲੱਗੇ, ਤੁਸੀਂ ਮੇਰੇ ਸੁਹਾਗ ਨੂੰ ਮੈਥੋਂ ਖੋਹ ਲਿਆ ਹੈ। ਇਹ ਗੱਲ ਸੁਣ ਕੇ ਬਾਲਕ ਬਹੁਤ ਹੈਰਾਨ ਹੋਏ। ਫਿਰ ਸੀਤਾ ਮਾਤਾ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਜੇ ਮੈਂ ਪਤੀ ਵਰਤਤਾ ਇਸਤਰੀ ਹਾਂ ਤਾਂ ਪ੍ਰਭੂ ਮੇਰੇ ਸੁਹਾਗ ਨੂੰ ਨਵਾਂ ਨਰਵਾ ਕਰ ਦਿਓ। ਰਿਸ਼ੀ ਵਾਲਮੀਕ ਜੀ ਨੂੰ ਸਾਰੀ ਗੱਲ ਦਾ ਪਤਾ ਲੱਗ ਗਿਆ। ਉਹਨਾਂ ਸ੍ਰੀ ਰਾਮਚੰਦਰ ਜੀ ਦੇ ਮੂੰਹ ਤੇ ਪਵਿੱਤਰ ਜਲ ਦੇ ਛਿੱਟੇ ਮਾਰੇ ਤਾਂ ਉਹ ਉੱਠ ਕੇ ਬੈਠ ਗਏ। ਆਪਣੇ ਪਾਸ ਦੋ ਸੂਰਬੀਰ ਬਾਲਕਾਂ ਸੀਤਾ ਅਤੇ ਮਹਾਰਿਸ਼ੀ ਬਾਲਕ ਜੀ ਨੂੰ ਵੇਖ ਕੇ ਉਹ ਬਹੁਤ ਹੈਰਾਨ ਹੋਏ। ਰਿਸ਼ੀ ਜੀ ਨੇ ਫਿਰ ਉਹਨਾਂ ਨੂੰ ਸਾਰੀ ਗੱਲ ਸਮਝਾਈ। ਸ੍ਰੀ ਰਾਮਚੰਦਰ ਜੀ ਨੇ ਸੀਤਾ ਮਾਤਾ ਦਾ ਧੰਨਵਾਦ ਕੀਤਾ ਅਤੇ ਆਪਣੇ ਦੋ ਬਹਾਦਰ ਪੁੱਤਰਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਫਿਰ ਉਹਨਾਂ ਰਿਸ਼ੀ ਵਾਲਮੀਕ ਜੀ ਨੂੰ ਕਿਹਾ ਕਿ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਮੇਰੇ ਦੂਸਰੇ ਭਰਾਵਾਂ ਅਤੇ ਫੌਜ ਨੂੰ ਵੀ ਜੀਵਤ ਕਰ ਦੇਣ। ਸੀਤਾ ਮਾਤਾ ਨੇ ਫਿਰ ਅਰਦਾਸ ਕੀਤੀ ਤਾਂ ਰਾਮਚੰਦਰ ਜੀ ਦੇ ਸਾਰੇ ਭਰਾ ਅਤੇ ਸੈਨਿਕ ਜੀਵਤ ਹੋ ਗਏ, ਉੱਠ ਖੜੇ ਹੋਏ। ਫਿਰ ਰਾਮਚੰਦਰ ਜੀ ਰਿਸ਼ੀ ਵਾਲਮੀਕ ਦੇ ਆਸ਼ਰਮ ਵਿੱਚ ਗਏ ਤੇ ਸੀਤਾ ਅਤੇ ਬਾਲਕਾਂ ਨੂੰ ਲੈ ਜਾਣ ਦੀ ਖਾਹਿਸ਼ ਪ੍ਰਗਟ ਕੀਤੀ। ਵਾਲਮੀਕ ਜੀ ਨੇ ਬੜੀ ਖੁਸ਼ੀ ਨਾਲ ਸੀਤਾ ਮਾਤਾ ਅਤੇ ਬਾਲਕਾਂ ਨੂੰ ਉਹਨਾਂ ਦੇ ਨਾਲ ਜਾਣ ਦੀ ਆਗਿਆ ਦੇ ਦਿੱਤੀ। ਦੋਵੇਂ ਬਾਲਕ ਅਤੇ ਸੀਤਾ ਮਾਤਾ ਅਯੋਧਿਆ ਪਹੁੰਚ ਗਏ। ਉਹਨਾਂ ਰਿਸ਼ੀ ਵਾਲਮੀਕ ਦੀ ਇਸ ਅਮਰ ਕਥਾ ਨੂੰ ਸੁਣ ਕੇ ਕਿਹਾ, ਜਦ ਤੱਕ ਇਹ ਦੁਨੀਆ ਰਹੇਗੀ ਸ੍ਰੀ ਵਾਲਮੀਕ ਮਹਾਰਾਜ ਦੀ ਇਹ ਕਥਾ ਚੱਲਦੀ ਰਹੇਗੀ। ਧੰਨ ਹਨ ਵਾਲਮੀਕ ਰਿਸ਼ੀ ਜੀ
ਉਹਨਾਂ ਦੀ ਸਦਾ ਹੀ ਜੈ ਹੋਵੇਗੀ। ਉਹਨਾਂ ઋષਿ ਵਾਲਮੀਕ ઋષਿ ਜੀ ਨੇ ਬਾਅਦ ਵਿੱਚ ਉੱਤਰਾਖੰਡ ਲਿਖਿਆ। ਇਸ ਤਰ੍ਹਾਂ ਵਾਲਮੀਕ ਜੀ ਇੱਕ ਉੱਚ ਕੋਟੀ ਦੇ ਵਿਦਵਾਨ ਅਤੇ ਸ਼ਸਤਰਧਾਰੀ ਸੂਰਵੀਰ ਸਨ। ਉਹਨਾਂ ਵਿੱਚ ਇੱਕ ਅਵਤਾਰ ਵਾਲੇ ਸਾਰੇ ਗੁਣ ਸਨ। ਅੱਜ ਦੁਨੀਆ ਜੇ ਸ੍ਰੀ ਰਾਮਚੰਦਰ ਦੀ ਕਹਾਣੀ ਨੂੰ ਜਾਣਦੀ ਹੈ ਤਾਂ ਉਹ ਕੇਵਲ ઋષਿ ਵਾਲਮੀਕ ਜੀ ਕਰਕੇ। ਉਹਨਾਂ ਨੇ ਆਪਣੇ ਜੀਵਨ ਦੇ ਕਈ ਸਾਲ ਉਹਨਾਂ ਦੀ ਜੀਵਨੀ ਨੂੰ ਬਿਆਨ ਕਰਨ ਵਿੱਚ ਲਾ ਦਿੱਤੇ।